हाँ जी स्टूडेंट, साडा अगला टॉपिक आ समावेशी जमात दे ढंग। टीचिंग लर्निंग प्रोसैस किस तरह की हुंदी आ इनकलूसिव जिहड़ी क्लास हुंदी आ उहदे विच पहले नंबर ते हैगा सहकारी अध्यापन, फिर सारी जमात का अध्यापन, किरिया आधारित सीखण, सहपाठी अध्यापन, सहयोगी सीखण, दोस्ती व्यवस्था, चिंतन अध्यापन, समाजिक सीखण ते बहुपद्धरी अन्वेषण, समूह विच प्रतियोगिता। तो ये सारे ढंग ने जिहड़े समावेशी जमात दे, पर असीं अज करांगे सहकारी अध्यापन। एक एक करके ही ये जिहड़े ढंग ने होणगे। सहकारी अध्यापन जिन्हों कोलैबोरेटिव टीचिंग भी बोलते हैं असीं। की हुंदी है कोलैबोरेटिव टीचिंग? सब तो पहला इहदी असीं थोड़ी जी इंट्रोडक्शन देवांगे, फिर इहदा मीनिंग दसांगे। ਹੁਣ ਉਹ ਸਮਾਂ नहीं है ਜਦੋਂ जमात ਵਿੱਚ ਵਿਦਿਆਰਥੀਆਂ ਦਾ ਬਹੁਤ ਵੱਡਾ ਸਮੂਹ ਹੁੰਦਾ ਸੀ, ਉਹਨਾਂ ਨੂੰ ਪੜ੍ਹਾਉਣ ਲਈ ਇੱਕ ਅਧਿਆਪਕ ਹੁੰਦਾ ਸੀ। ਸਮਾਵੇਸ਼ੀ ਜਮਾਤ ਵਿੱਚ ਸਾਰੇ ਪੱਖਾਂ ਵਿੱਚ ਆਪਸੀ ਸਹਿਯੋਗ ਹੋਣਾ ਜ਼ਰੂਰੀ ਹੈ, ਜਿਸ ਵਿੱਚ ਵਿਸ਼ੇਸ਼ ਸਿੱਖਿਆ ਦਾ ਅਧਿਆਪਕ, ਸਧਾਰਨ ਸਿੱਖਿਆ ਦਾ ਅਧਿਆਪਕ, ਸਮਾਜ ਸੇਵੀ ਤੇ ਡਾਕਟਰ ਆਦਿ ਸ਼ਾਮਲ ਹਨ। ਮੀਨਜ਼ ਸਾਰੇ ਹੀ ਮਿਲ ਕੇ ਜਿਹੜੀ ਸਿੱਖਿਆ ਦੇ ਵਿੱਚ ਰੋਲ ਅਦਾ ਕਰਦੇ ਨੇ। ਸਿਰਫ ਅਧਿਆਪਕ ਦਾ ਹੀ ਕੰਮ ਨਹੀਂ ਅੱਜ ਸਿੱਖਿਆ ਦੇਣਾ। ਇਹਦੇ ਵਿੱਚ ਸਪੈਸ਼ਲ ਟੀਚਰ, ਜਰਨਲ ਟੀਚਰ ਤੇ ਸੋਸਾਇਟੀ, ਡਾਕਟਰ ਆਦਿ ਸਾਰੇ ਸ਼ਾਮਲ ਹੁੰਦੇ ਨੇ। ਇਹ ਸਾਰੇ ਸਿੱਖਿਆ ਯੋਗਤਾਵਾਂ ਤੇ ਜ਼ਰੂਰਤਾਂ ਅਨੁਸਾਰ ਕੰਮ ਕਰਦੇ ਹਨ। ਸਹਿਕਾਰੀ ਸਿੱਖਣ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਬੱਚਿਆਂ ਨੂੰ ਇੱਕ ਤੋਂ ਵੱਧ ਲੋਕਾਂ ਨਾਲ ਕੰਮ ਕਰਨ ਦਾ ਤੇ ਸਿੱਖਣ ਦਾ ਮੌਕਾ ਮਿਲਦਾ ਹੈ। ਆਪਸੀ ਸਹਿਯੋਗ ਵਿਅਕਤੀਗਤ ਜੀਵਨ ਸ਼ੈਲੀ ਅਤੇ ਆਪਸੀ ਅੰਤਰਕਿਰਿਆ ਦਾ ਇੱਕ ਮਹੱਤਵਪੂਰਨ ਅੰਗ ਹੈ। सहकारी अध्यापन केवल अध्यापन ही नहीं बल्कि ये एक दर्शन शास्त्र है, एक फिलोसफी है। ये ਜਦੋਂ ਅਜਿਹੀਆਂ ਅਧਿਆਪਨ ਸਿੱਖਣ ਸਥਿਤੀਆਂ ਦਾ ਨਿਰਮਾਣ ਕੀਤਾ ਜਾਂਦਾ ਹੈ ਤਾਂ ਬਹੁਤ ਸਾਰੇ ਲੋਕ ਮਿਲ ਕੇ ਕੰਮ ਕਰਦੇ ਹਨ। ਅਜਿਹੇ ਬੱਚਿਆਂ ਨੂੰ ਸਿੱਖਣ ਦੇ ਵੱਧ ਤੋਂ ਵੱਧ ਮੌਕੇ ਮਿਲਦੇ ਹਨ। ਸਹਿਕਾਰੀ ਅਧਿਆਪਨ ਆਮ ਬੱਚਿਆਂ ਦੇ ਨਾਲ ਨਾਲ ਵਿਸ਼ੇਸ਼ ਬੱਚਿਆਂ ਲਈ ਵੀ। ਤਾਂ ਸਹਿਕਾਰੀ ਅਧਿਆਪਨ ਕੀ ਆ? ਸਿਰਫ ਜਨਰਲ ਬੱਚਿਆਂ ਲਈ ਨਹੀਂ, ਸਪੈਸ਼ਲ ਬੱਚਿਆਂ ਲਈ ਵੀ, ਜਿਹੜਾ ਫਿਜ਼ੀਕਲੀ ਚੈਲੰਜਡ ਨੇ, ਜਾਂ ਤੁਸੀਂ ਇਹ ਕਹਿ ਲਓ ਕਿ ਜੋ ਜਿਨ੍ਹਾਂ ਨੂੰ ਸਪੈਸ਼ਲ ਐਜੂਕੇਸ਼ਨ ਦੀ ਲੋੜ ਆ, ਡਿਸੇਬਲ ਜਿਹੜੇ ਚਾਈਲਡ ਨੇ, ਉਹਨਾਂ ਲਈ ਵੀ ਸਹਿਕਾਰੀ ਅਧਿਆਪਨ ਬੈਨੀਫੀਸ਼ੀਅਲ ਆ। ਇੱਕ ਸਿੱਖਣ ਦੀ ਸਫਲ ਵਿਧੀ ਆ। ਖਾਸ ਕਰਕੇ ਸਿੱਖਣ ਵਿੱਚ ਅਸਮਰਥ ਬੱਚੇ ਇਸ ਵਿਧੀ ਤੋਂ ਵਧੇਰੇ ਲਾਭ ਪ੍ਰਾਪਤ ਕਰ ਸਕਦੇ ਹਨ। ਸਹਿਕਾਰੀ ਅਧਿਆਪਨ ਵਿੱਚ ਵਿਸ਼ੇਸ਼ ਸਿੱਖਿਆ ਵਾਲੇ ਅਧਿਆਪਕ ਸਧਾਰਨ ਜਮਾਤ ਵਿੱਚ ਸਧਾਰਨ ਸਿੱਖਿਆ ਵਾਲੇ ਅਧਿਆਪਕ ਨਾਲ ਸਹਿ ਅਧਿਆਪਕ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਆਪਣੇ ਅਨੁਭਵ ਅਤੇ ਸੁਝਾਅ ਉਸ ਨਾਲ ਸਾਂਝੇ ਕਰਦਾ ਹੈ। ਸਧਾਰਨ ਸਿੱਖਿਆ ਅਧਿਆਪਨ ਪਾਠਕ੍ਰਮ ਨਾਲ ਸੰਬੰਧਿਤ ਹਦਾਇਤਾਂ ਅਤੇ ਪ੍ਰਭਾਵਸ਼ਾਲੀ ਸਿੱਖਣ ਵਿਧੀਆਂ ਉੱਪਰ ਕੰਮ ਕਰਦਾ ਹੈ, ਜਦਕਿ ਵਿਸ਼ੇਸ਼ ਸਿੱਖਿਆ ਵਾਲਾ ਅਧਿਆਪਕ ਸਿੱਖਣ ਸ਼ੈਲੀ ਅਤੇ ਨੀਤੀਆਂ ਅਤੇ ਵਿਵਹਾਰ ਪ੍ਰਬੰਧ ਵਰਗੇ ਖੇਤਰਾਂ ਵਿੱਚ ਕੰਮ ਕਰਦਾ ਹੈ। ਮੀਨਜ਼ ਦੋਨੇ ਆਪਣੀ ਕੋਲੈਬੋਰੇਸ਼ਨ ਨਾਲ ਬੱਚਿਆਂ ਨੂੰ ਸਿਖਾਉਂਦੇ ਨੇ। ਸਪੈਸ਼ਲ ਟੀਚਰ ਤੇ ਜਨਰਲ ਟੀਚਰ ਬੱਚਿਆਂ ਦੇ ਸਿੱਖਣ ਅਨੁਭਵਾਂ ਨੂੰ ਵਧਾਉਣ ਦੇ ਲਈ ਸਧਾਰਨ ਅਤੇ ਵਿਸ਼ੇਸ਼ ਸਿੱਖਿਆ ਵਾਲੇ ਅਧਿਆਪਕ ਲਈ ਹੀ ਸਹਿਕਾਰੀ ਅਧਿਆਪਨ ਦੇ ਬਹੁਤ ਸਾਰੇ ਮਾਡਲ ਉਪਲਬਧ ਹਨ। ਅਸੀਂ ਦੋ ਮਾਡਲ ਨੇ ਜਿਹੜੇ ਉਹ ਇੱਥੇ ਡਿਸਕਸ ਕਰਾਂਗੇ, ਜਿਹਦੇ ਵਿੱਚ ਨੰਬਰ 1 ਤੇ ਹੈਗਾ ਸਲਾਹਕਾਰੀ ਅਧਿਆਪਕ ਮਾਡਲ ਦਾ ਕੰਸਲਟਿੰਗ ਟੀਚਰ ਮਾਡਲ। ਇਹਦੇ ਵਿੱਚ ਕੀ ਹੁੰਦਾ ਹੈ? ਸਧਾਰਨ ਸਿੱਖਿਆ ਅਧਿਆਪਕ ਤੋਂ ਮੁੱਢਲੇ ਪੱਧਰ 'ਤੇ ਆਸ ਕੀਤੀ ਜਾਂਦੀ ਹੈ ਕਿ ਉਹ ਸਾਰੇ ਵਿਸ਼ੇ ਬੱਚਿਆਂ ਨੂੰ ਪੜ੍ਹਾਏ। ਸਧਾਰਨ ਸਿੱਖਿਆ ਅਧਿਆਪਕ ਜਿਹੜੇ ਵਿਸ਼ੇ ਪੜ੍ਹਾਉਂਦਾ ਹੈ ਉਸ ਵਿੱਚ ਮੁੱਖ ਰੂਪ ਵਿੱਚ ਪਾਠ, ਪੜ੍ਹਨਾ, ਲਿਖਣਾ, ਗਣਿਤ, ਕਲਾ, ਸਰੀਰਕ ਸਿੱਖਿਆ ਆਦਿ ਵਿਸ਼ੇ ਸ਼ਾਮਲ ਹਨ। ਉਹ ਇੱਕ ਤਜਰਬੇਕਾਰ ਅਧਿਆਪਕ ਹੁੰਦਾ ਹੈ ਜਿਸ ਨੂੰ ਸਾਰੇ ਵਿਸ਼ਿਆਂ ਦਾ ਗਿਆਨ ਹੁੰਦਾ ਹੈ। ਫਿਰ ਵੀ ਕਦੇ ਕਦੇ ਅਜਿਹੀ ਸਥਿਤੀ ਆਉਂਦੀ ਹੈ ਜਦੋਂ ਸਧਾਰਨ ਸਿੱਖਿਆ ਵਾਲਾ ਅਧਿਆਪਕ ਆਪਣੀ ਕਾਰਜਸ਼ੈਲੀ ਤੋਂ ਖੁਸ਼ ਨਹੀਂ ਹੁੰਦਾ, ਮੀਨ ਜੋ ਬੱਚਿਆਂ ਨੂੰ ਸੈਟਿਸਫਾਈ ਨਹੀਂ ਕਰ ਸਕਦਾ, ਕਿਉਂਕਿ ਉਸਦੇ ਸਾਹਮਣੇ ਅਜਿਹੀਆਂ ਸਥਿਤੀਆਂ ਆ ਜਾਂਦੀਆਂ ਹਨ ਜੋ ਉਸਦੇ ਅਨੁਭਵ ਨਾਲ ਮੇਲ ਨਹੀਂ ਖਾਂਦੀਆਂ। ਜਦੋਂ ਕੋਈ ਇਸ ਤਰ੍ਹਾਂ ਦੇ ਟਾਸਕ ਮਿਲ ਜਾਂਦੇ ਨੇ, ਚੈਲੰਜ ਮਿਲ ਜਾਂਦੇ ਨੇ ਇਸ ਟੀਚਰ ਨੂੰ ਕਿ ਜੋ ਉਸਨੇ ਐਕਸਪੀਰੀਅੰਸ ਨਹੀਂ ਕੀਤੇ ਹੁੰਦੇ, ਤਾਂ ਉਦੋਂ ਉਸ ਨੂੰ ਸਪੈਸ਼ਲ ਟੀਚਰ ਦੀ ਜ਼ਰੂਰਤ ਪੈਂਦੀ ਆ। ਤਾਂ ਇਸ ਪ੍ਰਕਾਰ ਦੀਆਂ ਸਥਿਤੀਆਂ ਤੋਂ ਬਚਣ ਲਈ ਸਕੂਲ ਪ੍ਰਬੰਧਕ ਵਿਸ਼ੇਸ਼
ਅਧਿਆਪਕ ਦਾ ਵਿਸ਼ੇਸ਼ ਯੋਗਤਾ ਵਾਲੇ ਅਧਿਆਪਕਾਂ ਦਾ ਪ੍ਰਬੰਧ ਕਰਦੇ ਹਨ। ਸਧਾਰਨ ਸਿੱਖਿਆ ਅਧਿਆਪਕ ਨੂੰ ਵਿਸ਼ੇਸ਼ ਸਿੱਖਿਆ ਵਾਲੇ ਅਧਿਆਪਕ ਆਪਣਾ ਪੂਰਾ ਸਹਿਯੋਗ ਦਿੰਦੇ ਹਨ। ਇੱਕ ਸਲਾਹਕਾਰੀ ਅਧਿਆਪਕ ਦੀਆਂ ਮੁੱਖ ਵਿਸ਼ੇਸ਼ਤਾਵਾਂ। ਤਾਂ ਇੱਥੇ ਜਿਹੜੀ ਕੰਸਲਟੇਸ਼ਨ ਆ ਉਹ ਸਪੈਸ਼ਲ ਟੀਚਰ ਨਾਲ ਕੀਤੀ ਜਾਂਦੀ ਹੈ, ਜਨਰਲ ਟੀਚਰ ਵੱਲੋਂ, ਤੇ ਦੋਨੇ ਮਿਲ ਕੇ ਇੱਥੇ ਕੰਮ ਕਰਦੇ ਨੇ। ਸਲਾਹਕਾਰੀ ਜਿਹੜਾ ਅਧਿਆਪਕ, ਉਹਦੀਆਂ ਕੀ ਕੀ ਵਿਸ਼ੇਸ਼ਤਾਵਾਂ ਹੋਣਗੀਆਂ? ਉਹ ਇੱਕ ਵਿਸ਼ੇਸ਼ ਅਧਿਆਪਕ ਆਪਣੇ ਖੇਤਰ ਵਿੱਚ ਨਿਪੁੰਨ ਹੋਵੇਗਾ, ਜਿਨ੍ਹਾਂ ਨੂੰ ਬਹੁਤ ਸਾਰੀਆਂ ਭਿੰਨ ਭਿੰਨ ਤੇ ਨਵੀਆਂ ਨਿਰਦੇਸ਼ ਨੀਤੀਆਂ ਦਾ ਗਿਆਨ ਹੋਵੇਗਾ। ਇਹ ਅਧਿਆਪਕਾਂ ਦੇ ਬੱਚਿਆਂ ਦੇ ਨਾਲ ਸਕਾਰਾਤਮਕ ਅੰਤਰਕਿਰਿਆ ਦੁਆਰਾ ਚੰਗੇ ਸੰਬੰਧ ਸਥਾਪਿਤ ਕਰੇਗਾ। ਬੱਚਿਆਂ ਦੇ ਸਿੱਖਿਆ ਅਨੁਭਵਾਂ ਦੇ ਸੁਧਾਰ ਲਈ ਵਿਸ਼ੇਸ਼ ਅਤੇ ਠੋਸ ਸਲਾਹ ਦੇਣਾ ਸਲਾਹਕਾਰੀ ਅਧਿਆਪਕਾਂ ਦਾ ਮੁੱਖ ਕੰਮ ਹੋਵੇਗਾ। ਇਹ ਵਧੀਆ ਖੋਜੀ ਹੁੰਦੇ ਹਨ, ਜਿਨ੍ਹਾਂ ਨੂੰ ਸਾਧਨਾਂ ਦਾ ਪ੍ਰਯੋਗ ਕਰਨਾ ਚੰਗੀ ਤਰ੍ਹਾਂ ਆਉਂਦਾ ਹੈ। ਸਲਾਹਕਾਰੀ ਅਧਿਆਪਕ ਮਾਡਲ ਸਧਾਰਨ ਸਿੱਖਿਆ ਵਾਲੇ ਅਧਿਆਪਕਾਂ ਲਈ ਸਿੱਖਣ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਸਿੱਖਿਆ ਲਈ ਇਹ ਮਾਡਲ ਬਹੁਤ ਮਹੱਤਵਪੂਰਨ ਤੇ ਲਾਭਦਾਇਕ ਹੈ। 25 ਤੋਂ 30 ਵਿਦਿਆਰਥੀਆਂ ਦੀ ਜਮਾਤ ਵਿੱਚ 2 ਜਾਂ 2 ਤੋਂ ਵੱਧ ਬੱਚਿਆਂ ਨੂੰ ਸਿੱਖਣ ਲਈ ਵਿਵਹਾਰਿਕ ਜ਼ਰੂਰਤਾਂ ਹੁੰਦੀਆਂ ਹਨ। ਇਸ ਪ੍ਰਕਾਰ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਵਿਸ਼ੇਸ਼ ਸਿੱਖਿਆ ਵਾਲਾ ਅਧਿਆਪਕ ਆਪਣਾ ਮਹੱਤਵਪੂਰਨ ਯੋਗਦਾਨ ਸਲਾਹ ਦੇ ਰੂਪ ਵਿੱਚ ਦਿੰਦਾ ਹੈ। ਤਾਂ ਇਹ ਤਾਂ ਸੀਗਾ ਸਾਡਾ ਪਹਿਲਾ ਮਾਡਲ, ਸਲਾਹਕਾਰੀ ਅਧਿਆਪਕ ਮਾਡਲ। ਦੂਸਰੇ ਤੇ ਅਸੀਂ ਜਾਵਾਂਗੇ ਸਾਧਨ ਕਮਰਾ ਅਧਿਆਪਕ ਮਾਡਲ, ਦਾ ਰਿਸੋਰਸ ਰੂਮ ਟੀਚਰ ਮਾਡਲ। ਇਸ ਮਾਡਲ ਦੇ ਅਨੁਸਾਰ ਵਿਦਿਆਰਥੀ ਅਜਿਹੀ ਜਮਾਤ ਵਿੱਚ ਸਿੱਖਿਆ ਹਾਸਲ ਕਰਦੇ ਹਨ ਜੋ ਆਮ ਜਮਾਤ ਨਾਲੋਂ ਅਲੱਗ ਤੇ ਇੱਕ ਹੀ ਸਕੂਲ ਦੇ ਵਿਹੜੇ ਵਿੱਚ ਹੁੰਦੀ ਹੈ। ਜੇ ਅਸੀਂ ਉੱਥੇ ਇੱਕ ਅਧਿਆਪਕ ਦੇ ਨਾਲ ਦੂਜੇ ਅਧਿਆਪਕ ਲਗਾਉਣ ਦੀ ਕੋਸ਼ਿਸ਼ ਕੀਤੀ ਆ, ਸੈਕਿੰਡ ਮਾਡਲ ਦੇ ਵਿੱਚ ਅਸੀਂ ਕੀ ਕੀਤਾ, ਸਿੰਪਲ ਜਮਾਤ ਤੇ ਇੱਕ ਰਿਸੋਰਸ ਰੂਮ ਜਿਹੜਾ ਕਿ ਸਪੈਸ਼ਲ ਕਮਰਾ ਹੁੰਦਾ, ਉਹਨਾਂ ਦੋਨਾਂ ਦੇ ਵਿੱਚ ਅਸੀਂ ਬੱਚਿਆਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਸਪੈਸ਼ਲ ਜਿਹੜੀਆਂ ਵਿਸ਼ੇਸ਼ ਲੋੜਾਂ ਵਾਲੇ ਬੱਚੇ ਨੇ ਤਾਂ ਉਹ ਰਿਸੋਰਸ ਰੂਮ ਦੇ ਵਿੱਚ ਭੇਜੇ ਜਾ ਸਕਦੇ ਨੇ। ਬੇਸ਼ੱਕ ਬੱਚੇ ਆਪਣੀ ਜ਼ਿਆਦਾਤਰ ਸਿੱਖਿਆ ਸਧਾਰਨ ਜਮਾਤ ਵਿੱਚ ਹੀ ਪ੍ਰਾਪਤ ਕਰਦੇ ਹਨ, ਪਰੰਤੂ ਵਿਸ਼ੇਸ਼ ਸਿੱਖਿਆ ਲਈ ਕੁਝ ਸਮਾਂ ਵਿਸ਼ੇਸ਼ ਜਮਾਤ ਵਾਲੇ ਕਮਰੇ ਵਿੱਚ ਬਿਤਾਉਂਦੇ ਹਨ। ਇਸ ਜਮਾਤ ਵਿੱਚ ਬੱਚੇ ਇੱਕ ਵਿਸ਼ੇਸ਼ ਸਿੱਖਿਆ ਮਾਹਿਰ ਅਧਿਆਪਕ ਦੀ ਦੇਖ ਰੇਖ ਵਿੱਚ ਸਿੱਖਿਆ ਪ੍ਰਾਪਤ ਕਰਦੇ ਹਨ। ਵਿਸ਼ੇਸ਼ ਜਮਾਤ ਵਾਲੇ ਅਧਿਆਪਕ ਦੀ ਭੂਮਿਕਾ ਬੱਚਿਆਂ ਨੂੰ ਵਿਸ਼ੇਸ਼ ਖੇਤਰਾਂ ਵਿੱਚ ਉਹਨਾਂ ਦੀ ਸਫਲਤਾ ਦੇ ਸੰਬੰਧ ਵਿੱਚ ਨਿਰਦੇਸ਼ਨ ਦੇਣ ਦੀ ਹੁੰਦੀ ਹੈ। ਵਿਸ਼ੇਸ਼ ਸਿੱਖਿਆ ਵਾਲਾ ਅਧਿਆਪਕ ਸਧਾਰਨ ਸਿੱਖਿਆ ਵਾਲੇ ਅਧਿਆਪਕ ਨਾਲ ਮਿਲ ਕੇ ਉਹਨਾਂ ਬੱਚਿਆਂ ਦੀ ਪਹਿਚਾਣ ਕਰਦਾ ਹੈ ਜਿਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਹੁੰਦੀ ਹੈ। ਇਸ ਤੋਂ ਬਾਅਦ ਦੋਵੇਂ ਅਧਿਆਪਕ ਮਿਲ ਕੇ ਬੱਚੇ ਦੀ ਸਮੱਸਿਆ ਨੂੰ ਖੋਜਦੇ ਹਨ। ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਹਰੇਕ 25-30 ਬੱਚਿਆਂ ਦੀ ਜਮਾਤ ਵਿੱਚ ਹੀ ਵਿਸ਼ੇਸ਼ ਸਿੱਖਿਆ, 1-2 ਬੱਚਿਆਂ ਨੂੰ ਹੀ ਵਿਸ਼ੇਸ਼ ਸਿੱਖਿਆ ਦੀ ਜ਼ਰੂਰਤ ਹੁੰਦੀ ਹੈ ਕਿ 25 ਤੋਂ 30 ਦੀ ਕਲਾਸ ਆ ਜਿਹੜੇ ਉਹ 'ਚ 1-2 ਬੱਚੇ ਹੀ ਇਸ ਤਰ੍ਹਾਂ ਦੇ ਨਿਕਲਦੇ ਨੇ ਜਿਨ੍ਹਾਂ ਨੂੰ ਵਿਸ਼ੇਸ਼ ਸਿੱਖਿਆ ਦੀ ਲੋੜ ਹੁੰਦੀ ਹੈ। ਬਿਨਾਂ ਕਿਸੇ ਰੁਕਾਵਟ ਜਮਾਤ ਦੇ ਵਾਤਾਵਰਨ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਬੱਚਿਆਂ ਨੂੰ ਹੀ ਵਿਸ਼ੇਸ਼ ਸਿੱਖਿਆ ਵਾਲੇ ਕਮਰੇ ਵਿੱਚ ਭੇਜਣਾ ਚਾਹੀਦਾ ਹੈ ਜਿਨ੍ਹਾਂ ਨੂੰ ਇਸ ਦੀ ਲੋੜ ਹੋਵੇ। ਸਾਧਨ ਕਮਰੇ ਵਾਲਾ ਮਾਡਲ ਸਧਾਰਨ ਸਿੱਖਿਆ ਵਾਲੇ ਅਧਿਆਪਕ ਨੂੰ ਸਹਾਇਤਾ ਪ੍ਰਦਾਨ ਕਰਦਾ ਹੈ ਕਿ ਉਹ ਵਿਸ਼ੇਸ਼ ਸਿੱਖਿਆ ਵਾਲੇ ਅਧਿਆਪਕ ਨਾਲ ਆਪਣੀ ਜਮਾਤ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰ ਸਕੇ। ਫਿਰ ਸਕੂਲ ਸਹਿਯੋਗ ਤੇ ਸਮਰਥਨ ਨਾਲ ਸਹਿਭਾਗਿਤਾ, ਕੋਲੈਬੋਰੇਸ਼ਨ ਥਰੂ ਸਕੂਲ ਵਾਈਡ ਅਸਿਸਟੈਂਸ ਐਂਡ ਸਪੋਰਟ। ਵਿਸ਼ੇਸ਼ ਸਿੱਖਿਆ ਵਾਲੇ ਅਧਿਆਪਕ ਅਤੇ ਸਧਾਰਨ ਸਿੱਖਿਆ ਵਾਲੇ ਅਧਿਆਪਕਾਂ ਦਾ ਆਪਸੀ ਸਹਿਭਾਗਿਤਾ ਦੇ ਨਾਲ ਅੱਜ ਕੱਲ੍ਹ ਸਕੂਲਾਂ ਵਿੱਚ ਮਾਨਵੀ ਤੇ ਹੋਰ ਸਾਧਨਾਂ ਦੀ ਸਹਿਭਾਗਿਤਾ ਨੂੰ ਵੀ ਵਧਾਇਆ ਜਾ ਰਿਹਾ ਹੈ ਤਾਂ ਜੋ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ। ਅਲੱਗ-ਅਲੱਗ ਮਾਨਵੀ ਤੇ ਹੋਰ ਸਾਧਨਾਂ ਦੇ ਸਮਾਯੋਜਨ ਲਈ ਜ਼ਰੂਰੀ ਹੈ ਕਿ ਸਕੂਲ ਦੇ ਵਾਤਾਵਰਨ ਨੂੰ ਲਚਕੀਲਾ ਬਣਾਇਆ ਜਾਵੇ। ਮਤਲਬ ਕਿ ਸਕੂਲ ਦਾ ਵਾਤਾਵਰਨ ਫਲੈਕਸੀਬਲ ਹੋਣਾ ਚਾਹੀਦਾ ਹੈ। ਜਦੋਂ ਵੀ ਕਿਸੇ ਖਾਸ ਲੈਕਚਰ ਦੀ, ਖਾਸ ਜਮਾਤ ਦੀ ਲੋੜ, ਖਾਸ ਅਧਿਆਪਕ ਦੀ ਲੋੜ ਹੋਵੇ ਤਾਂ ਉਹ ਐਡਜਸਟਮੈਂਟ ਆ ਜਿਹੜੀ ਉਹ ਹੋ ਜਾਵੇ। ਵਿਅਕਤੀਗਤ ਭਿੰਨਤਾਵਾਂ ਅੱਜ ਕੱਲ੍ਹ ਹਰ ਸਕੂਲ ਲਈ ਚੁਣੌਤੀ ਬਣ ਗਈਆਂ ਹਨ। ਅਸੀਂ ਜਾਣਦੇ ਹਾਂ ਕਿ ਟੀਚਿੰਗ ਦੇ ਵਿੱਚ ਹਰੇਕ ਬੱਚਾ ਜਿਹੜਾ ਅਲੱਗ-ਅਲੱਗ ਹੁੰਦਾ ਹੈ ਤਾਂ ਬਹੁਤ ਸਾਰੀਆਂ ਜਿਹੜੀਆਂ ਕਾਮਨ ਗੱਲਾਂ ਨੇ ਬੱਚਿਆਂ 'ਚ ਹੁੰਦੀਆਂ ਨੇ, ਪਰ ਕੁਝ ਬੱਚੇ ਖਾਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਭਿੰਨਤਾਵਾਂ ਹੁੰਦੀਆਂ ਨੇ। ਤਾਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕਈ ਸਕੂਲਾਂ ਵਿੱਚ ਪੇਸ਼ੇਵਰ ਅਧਿਆਪਕਾਂ ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੀਨਜ਼ ਸਪੈਸ਼ਲ ਟੀਚਰ ਨੂੰ ਹਾਇਰ ਕਰਦੇ ਨੇ ਸਕੂਲ
ਜਰਨਲ ਜਿਹੜੇ ਟੀਚਰ ਨੇ ਉਹਨਾਂ ਦੇ ਨਾਲ ਨਾਲ ਸਪੈਸ਼ਲ ਟੀਚਰ ਨੂੰ ਵੀ ਮੌਕਾ ਦਿੱਤਾ ਜਾਂਦਾ, ਟਾਈਮ ਦਿੱਤਾ ਜਾਂਦਾ ਕਿ ਉਹ ਬੱਚਿਆਂ ਦੀ ਜਿਹੜੀ ਓਵਰਆਲ ਪ੍ਰੋਗਰੈਸ ਆ ਉਸ ਨੂੰ ਕਰਨ ਦੇ ਵਿੱਚ ਸਹਾਇਤਾ ਕਰੇ। ਤਾਂ ਜਿਹੜਾ ਪੇਸ਼ੇਵਰ ਅਧਿਆਪਕ ਹੁੰਦਾ ਹੈ, ਵਿਦਿਆਰਥੀ ਸਮੂਹ ਹੁੰਦਾ ਹੈ, ਬਾਕੀ ਅਧਿਆਪਕਾਂ ਨਾਲ ਮਿਲ ਕੇ ਸਮੱਸਿਆ ਦਾ ਹੱਲ ਕੱਢਦੇ ਨੇ। ਤਾਂ ਪੇਸ਼ਾਵਰਾਂ ਦੀਆਂ ਟੀਮਾਂ ਅਜਿਹੀਆਂ ਨੀਤੀਆਂ ਦਾ ਪ੍ਰਯੋਗ ਕਰਦੀਆਂ ਨੇ ਜੋ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਸਹਿਯੋਗ ਪ੍ਰਾਪਤ ਕਰਦੀਆਂ ਨੇ। ਸਹਿਕਾਰੀ ਸਮਾਵੇਸ਼ੀ ਜਮਾਤ ਵਿੱਚ ਕੇਵਲ ਵਿਸ਼ੇਸ਼ ਸਿੱਖਿਆ ਵਾਲਾ ਅਧਿਆਪਕ ਤੇ ਸਧਾਰਨ ਸਿੱਖਿਆ ਵਾਲਾ ਅਧਿਆਪਕ ਆਉਂਦੇ ਹਨ। ਇਹ ਦੋਨੋਂ ਅਧਿਆਪਕ ਮਿਲ ਕੇ ਕੰਮ ਕਰਦੇ ਹਨ, ਆਪਣੀ ਆਪਣੀ ਜ਼ਿੰਮੇਵਾਰੀਆਂ ਪੂਰੀਆਂ ਕਰਦੇ ਨੇ। ਸਹਿਕਾਰੀ ਅਧਿਆਪਕ ਨੂੰ ਸਫਲ ਬਣਾਉਣ ਲਈ ਜ਼ਰੂਰੀ ਹੈ ਕਿ ਸਿੱਖਣ ਸ਼ੈਲੀ ਨੂੰ ਪ੍ਰਭਾਵਸ਼ਾਲੀ ਬਣਾਉਣਾ, ਅਧਿਆਪਕ ਨਾਲ ਮਿਲ ਕੇ ਕੰਮ ਕਰਨ, ਟੀਮਾਂ ਦੇ ਵਿੱਚ ਆਪਸ ਦੇ ਵਿੱਚ ਮੇਲਜੋਲ ਹੋਣਾ, ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ। ਤਾਂ ਇੱਥੇ ਇਸ ਕੁਐਸਚਨ ਦੇ ਐਂਡ ਤੇ ਅਸੀਂ ਕਹਿ ਸਕਦੇ ਹਾਂ ਕਿ ਇਹ ਜਿਹੜਾ ਸਿੱਖਣ ਦਾ ਸਾਡਾ ਸਿੱਖਣ ਸਿਖਾਉਣ ਦਾ ਜਿਹੜਾ ਢੰਗ ਆ, ਇਹ ਸਹਿਕਾਰੀ ਅਧਿਆਪਨ ਬਹੁਤ ਇਫੈਕਟਿਵ ਆ, ਕਿਉਂਕਿ ਇੱਕ ਦੂਜੇ ਨਾਲ ਮਿਲ ਕੇ ਜਿਹੜੇ ਅਧਿਆਪਨ ਹੁੰਦੇ ਜ਼ਿਆਦਾ ਫਾਇਦੇਮੰਦ ਹੁੰਦਾ। ਜਦੋਂ ਹੀ ਅਸੀਂ ਇੱਕ ਟੀਚਰ ਦੇ ਹਵਾਲੇ ਬੱਚੇ ਨੂੰ ਕਰ ਦਿੰਦੇ ਆ ਤਾਂ ਉਹਦੀ ਗਰੋਥ ਆ ਜਿਹੜੀ ਉਹ ਥੋੜ੍ਹੀ ਕੰਪੈਰੇਟਿਵਲੀ ਘੱਟ ਹੁੰਦੀ ਆ। ਤਾਂ ਅੱਜ ਦੀ ਵੀਡੀਓ 'ਚ ਇੰਨਾ ਹੀ ਕਾਫੀ, ਅੱਗੇ ਫਿਰ ਮਿਲਦੇ ਆ ਨੈਕਸਟ ਟੌਪਿਕ ਨਾਲ। ਓਕੇ, ਥੈਂਕਸ।